ਅਸੀਂ ਸਾਰੇ ਕੈਨੇਡਾ 'ਚ ਇਸ ਗੱਲ ਕਰਕੇ ਆਏ ਸੀ ਕਿਉਂਕਿ ਅਸੀਂ ਬੈਟਰ ਲਾਈਫ ਚਾਹੁੰਦੇ ਸੀ। ਇੱਥੇ ਦੀ ਪੁਲਿਸ ਕਰਪਟ ਨਹੀਂ ਹੈਗੀ, ਰਾਈਟ। ਇੱਥੇ ਤੁਹਾਨੂੰ ਮਦਦ ਦੀ ਲੋੜ ਆ ਤਾਂ ਤੁਸੀਂ 911 ਕਾਲ ਕਰਦੇ ਆ। ਅਸੀਂ ਇਹ ਐਕਸਪੈਕਟ ਨਹੀਂ ਕਰ ਸਕਦੇ ਕਿ ਜੋ ਕੁਛ ਇੰਡੀਆ ਸੀਗਾ ਉਹੀ ਇੱਥੇ ਹੋਣਾ ਹੈਗਾ। ਮੇਰਾ ਇਹ ਮੈਸੇਜ ਹੈਗਾ ਆ, ਜਿਹੜੇ ਇੱਥੇ ਇਹ ਕੰਮ ਸਟੰਟਿੰਗ ਕਰਦੇ ਹੈਗੇ ਆ ਜਾਂ ਦੂਜਿਆਂ ਨੂੰ ਬੌਦਰ ਕਰਦੇ ਹੈਗੇ, ਜੇ ਕਿਸੇ ਨੇ ਟ੍ਰੈਫਿਕ ਵਾਇਓਲੇਸ਼ਨ ਕੀਤੀ ਆ, ਇੰਜਨ ਰੈਵ ਅਪ ਕਰ ਰਿਹਾ, ਸੋ ਟ੍ਰੈਫਿਕ ਯੂਨਿਟ ਉੱਥੇ ਜਾ ਕੇ ਉਹਨਾਂ ਨੂੰ ਟਿਕਟਸ ਇਸ਼ੂ ਕਰ ਸਕਦੀ ਆ, ਉਹਨਾਂ ਦੀ ਗੱਡੀ ਵੀ ਇੰਪਾਊਂਡ ਕਰ ਸਕਦੀ ਆ। ਜੇ ਤੁਸੀਂ ਇੱਥੇ ਸਟੂਡੈਂਟ ਵੀਜ਼ਾ ਤੇ ਆਏ ਹੈਗੇ ਆ, ਵਿਜ਼ਟਰ ਵੀਜ਼ਾ ਤੇ ਆਏ ਹੈਗੇ ਆ, ਇਹ ਗੱਲ ਦਾ ਬਿਲਕੁਲ ਖਿਆਲ ਰੱਖਿਓ। CBSE ਜਿਹੜੇ ਹੈਗੇ ਆ ਉਹ ਇਹ ਗੱਲ ਦਾ ਧਿਆਨ ਰੱਖਦੇ ਆ ਕਿ ਉਹ ਆਪਣਾ ਸਕੂਲ ਅਟੈਂਡ ਕਰ ਰਹੇ ਜਾਂ ਨਹੀਂ ਕਰ ਰਹੇ। ਕੋਈ ਵੀ ਇਹੋ ਜਿਹੀ ਕ੍ਰਿਮੀਨਲ ਐਕਟੀਵਿਟੀ ਹੈਗੀ ਕੈਨੇਡਾ ਦੇ ਵਿੱਚ ਉਹ ਕਰਦੇ ਹੈਗੇ ਆ। ਇਹਨਾਂ ਵਿੱਚ ਕਾਫੀ ਮੁੰਡੇ ਸੀਗੇ ਜਿਹੜੇ ਅਸੀਂ ਅਰੈਸਟ ਕੀਤੇ ਸੀਗੇ, ਉਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਹੈਗਾ। ਸਾਡੇ ਸਾਹਮਣੇ ਜਿਹੜਾ ਵਿਅਕਤੀ ਕੋਈ ਗਲਤ ਕੰਮ ਕਰ ਰਿਹਾ ਹੁੰਦਾ ਉਹ ਨਿਕਲ ਜਾਂਦਾ ਤੇ ਸਾਨੂੰ ਸਵਾਲਾਂ ਦੇ ਜਾਲ ਵਿੱਚ ਉਲਝਾ ਲਿਆ ਜਾਂਦਾ। ਕਈਆਂ ਨੇ ਸ਼ੀਸ਼ੇ ਇੰਨੇ ਕਾਲੇ ਕੀਤੇ ਹੁੰਦੇ ਨੇ, ਪਤਾ ਹੀ ਨਹੀਂ ਲੱਗਦਾ ਵੀ ਅੰਦਰ ਬੰਦਾ ਬੈਠਾ ਕਿ ਨਹੀਂ। ਜੇ ਤੁਹਾਨੂੰ ਪੁਲਿਸ ਆਫਸਰ ਨੇ ਰੋਕ ਲਿਆ, ਚਾਹੇ ਉਹ ਟ੍ਰੈਫਿਕ ਯੂਨਿਟ ਦਾ ਮੈਂਬਰ ਹੈ ਚਾਹੇ ਫਰੰਟ ਲਾਈਨ ਦਾ, ਤੁਹਾਨੂੰ ਉਹਨਾਂ ਨੇ ਸਾਈਟੇਸ਼ਨ ਦੇ ਦੇਣੀ ਹੈ ਲਿਖ ਕੇ ਕਿ ਇਹਨਾਂ ਨੂੰ ਉਤਾਰ ਕੇ, ਨਹੀਂ ਤਾਂ ਫਿਰ ਤੁਹਾਨੂੰ ਫਾਈਨ ਹੋ ਜਾਣਾ ਹੈ। ਬੀਤੇ ਹਫ਼ਤਿਆਂ ਤੋਂ ਅਸੀਂ ਕੁਝ ਇਸ਼ੂਜ਼ ਤੇ ਜਿਹੜੀ ਗੱਲਬਾਤ ਕਰ ਰਹੇ ਹਾਂ, ਓਪਨ ਲਾਈਨ ਸੈਗਮੈਂਟਸ ਵਗੈਰਾ ਕੀਤੇ, ਤੇ ਅਗਾਹੇ ਬਗਾਹੇ ਬਹੁਤ ਸਾਰੇ ਰੈਜ਼ੀਡੈਂਟਸ ਵੱਲੋਂ ਇਹ ਗੱਲ ਦੱਸੀ ਜਾਂਦੀ ਆ ਕਿ ਸਟ੍ਰਾਬੇਰੀ ਹਿੱਲ ਇਲਾਕੇ ਦੇ ਵਿੱਚ ਜਿਸ ਹਿਸਾਬ ਦੇ ਨਾਲ ਰੌਲਾ ਪੈਂਦਾ, ਤੇ ਕਈ ਵਾਰੀ ਰੈਜ਼ੀਡੈਂਟਸ ਨੂੰ ਐਂ ਲੱਗਦਾ ਜਾਂ ਜਿਹੜੇ ਉੱਥੇ ਉਸ ਕੰਪਲੈਕਸ ਦੇ ਵਿੱਚ ਜਾਂਦੇ ਨੇ ਕਿ ਪੁਲਿਸ ਵੱਲੋਂ ਜੇ ਸਖਤਾਈ ਥੋੜ੍ਹੀ ਹੋਰ ਕੀਤੀ ਜਾਵੇ ਤਾਂ ਸ਼ਾਇਦ ਇਹ ਜਿਹੜੀ ਸਥਿਤੀ ਹੈ ਉਹਨੂੰ ਕਾਬੂ ਕੀਤਾ ਜਾ ਸਕਦਾ। ਸੋ ਇਹ ਅਸੀਂ ਸਮਝਦੇ ਹਾਂ ਕਿ ਉਹ ਕਿਉਂਕਿ ਇੱਕ ਸਟਰਾਟਾ ਕੰਪਲੈਕਸ ਆ, ਸੋ ਕੀ ਜੇ ਇਹੀ ਕੰਮ ਕਿਸੇ ਹੋਰ ਪਬਲਿਕ ਪਲੇਸ 'ਤੇ ਹੋ ਰਿਹਾ ਹੋਵੇ ਤਾਂ ਉੱਥੇ ਪੁਲਿਸ ਦੇ ਰਿਸਪੌਂਸ ਦੇ ਵਿੱਚ ਜਾਂ ਪੁਲਿਸ ਦਾ ਰਿਸਪੌਂਸ ਕਿੰਨਾ ਸਵਿਫਟ ਹੋ ਸਕਦਾ। ਫਰਜ਼ ਕਰੋ ਜੇ ਇਹੀ ਚੀਜ਼ ਸਕਾਟ ਰੋਡ ਤੇ ਹੋ ਰਹੀ ਹੋਵੇ, ਉੱਥੇ ਪੁਲਿਸ ਦਾ ਰਿਸਪੌਂਸ ਸਰੀ ਵਾਲੇ ਪਾਸੇ, ਆਫ ਕੋਰਸ ਬਿਕਾਜ਼ ਵੀ ਆਰ ਟਾਕਿੰਗ ਅਬਾਊਟ ਦ ਸਰੀ RCMP, ਸੋ ਜੇ ਸਕਾਟ ਰੋਡ ਤੇ ਇਹ ਇਨਸੀਡੈਂਟ ਹੋ ਰਿਹਾ ਹੋਵੇ ਕੁਝ ਵੀ, ਉੱਥੇ ਰਿਸਪੌਂਸ ਵਰਸਿਸ ਇਨ ਸਟਰਾਟਾ ਪ੍ਰਾਪਰਟੀ, ਕੀ ਫਿਰ ਰਿਪੋਰਟਿੰਗ ਦੀ ਤੁਸੀਂ ਵੇਟ ਕਰਦੇ ਹੋ ਕਿ ਜਦੋਂ ਤੱਕ ਕਿਸੇ ਵੱਲੋਂ ਕੰਪਲੇਂਟ ਕੀਤੀ ਜਾਂਦੀ ਉਦੋਂ ਤੱਕ ਪੁਲਿਸ ਐਕਸ਼ਨ 'ਚ ਆ ਨਹੀਂ ਸਕਦੀ? ਦੇਖੋ ਜੀ, ਪਹਿਲਾਂ ਮੈਂ ਇਹ ਕਹਿਣਾ ਸ਼ੁਰੂ ਕਰਾਂਗੀ ਕਿ ਇਹ ਜਿਹੜਾ ਸਟ੍ਰਾਬੇਰੀ ਹਿੱਲ ਦੇ ਵਿੱਚ ਜਿਹੜਾ ਇਸ਼ੂ ਹੈਗਾ ਆ, ਇਹ ਕਾਫੀ ਚਿਰ ਦਾ ਹੀ ਚੱਲ ਰਿਹਾ ਹੈਗਾ, ਰਾਈਟ। ਇਹਦੇ ਸੀਜ਼ਨ ਆਉਂਦੇ ਆ, ਜਦੋਂ ਸਮਰ ਹੁੰਦੀ ਆ ਕਾਫੀ ਲੋਕੀ ਬਾਹਰ ਲੇਟ ਨਾਈਟ ਤੱਕ ਰਹਿੰਦੇ ਹੈਗੇ ਆ। ਸੋ ਤੁਸੀਂ ਵੀ ਪਿਛਲੇ ਸਾਲਾਂ ਵਿੱਚ ਦੇਖਿਆ ਹੋਵੇਗਾ, ਮੈਨੂੰ ਤਾਂ 15 ਸਾਲ ਹੋ ਗਏ ਸਰੀ ਦੇ ਵਿੱਚ ਕੰਮ ਕਰਦੀ ਨੂੰ। ਸੋ ਇਹ ਮੈਂ ਕਈ ਵਾਰ ਦੇਖ ਚੁੱਕੀ ਹਾਂ ਕਿ ਸਮਰ ਮਹੀਨਾ ਜਦੋਂ ਆਉਂਦਾ ਹੈਗਾ, ਜਿਹੜੇ 2-3 ਮਹੀਨੇ ਆਪਣੇ ਗਰਮੀਆਂ ਦੇ ਆਉਂਦੇ ਆ, ਉੱਥੇ ਜਾ ਕੇ ਜ਼ਿਆਦਾ ਜਿਹੜੀਆਂ ਗੈਦਰਿੰਗਸ ਹੁੰਦੀਆਂ ਆ ਜ਼ਿਆਦਾ ਹੁੰਦੀਆਂ ਹੈਗੀਆਂ। ਸੋ ਅਸੀਂ ਇਹ ਫੁੱਲੀ ਅਵੇਅਰ ਹੈਗੇ ਹਾਂ। ਸਰੀ RCMP ਨੂੰ ਇਹ ਪਹਿਲਾ ਸਾਲ ਨਹੀਂ ਹੈਗਾ ਕਿ ਅਸੀਂ ਇਸ ਮਸਲੇ ਲਈ ਡੀਲ ਕਰ ਰਹੇ ਹਾਂ। ਹਰੇਕ ਸਾਲ ਹੀ ਅਸੀਂ ਇਸ ਨਾਲ ਪ੍ਰੋਐਕਟਿਵ ਪੈਟਰੋਲਸ ਬਣਦੇ ਹੈਗੇ ਆ ਤੇ ਐਕਸਟਰਾ ਮੈਂਬਰ ਐਕਚੁਅਲੀ ਉੱਥੇ ਕੰਮ ਕਰਦੇ ਹੈਗੇ ਆ। ਉਹਦੇ ਵਿੱਚ ਸਾਡੀ ਟ੍ਰੈਫਿਕ ਯੂਨਿਟ ਆਉਂਦੀ ਹੈਗੀ ਆ, ਕਮਿਊਨਿਟੀ ਰਿਸਪੌਂਸ ਯੂਨਿਟ ਆਉਂਦੀ ਆ, ਮੋਬਾਈਲ ਸਟਰੀਟ ਇਨਫੋਰਸਮੈਂਟ ਟੀਮ ਹੈਗੀ ਆ, ਟ੍ਰੈਫਿਕ ਮੈਂਬਰਸ ਹੈਗੇ ਆ, ਤੇ ਨਾਲ ਹੀ ਸਾਡੀ ਜਿਹੜੀ ਗੈਂਗ ਇਨਫੋਰਸਮੈਂਟ ਟੀਮ ਆ ਉਹ ਵੀ ਉੱਥੇ ਪੈਟਰੋਲ ਕਰਦੀ ਹੈਗੀ ਆ। ਸੋ ਅਸੀਂ ਫੁੱਲੀ ਅਵੇਅਰ ਹੈਗੇ ਹਾਂ ਕਿ ਜਿਹੜਾ ਇਹ ਇਸ਼ੂ ਹੈਗਾ ਇਹ ਔਨ ਗੋਇੰਗ ਹੈਗਾ ਆ, ਤੇ ਉਹਨੂੰ ਕਹਿ ਲਓ ਖਤਮ ਤੱਕ ਨਹੀਂ ਕੀਤਾ ਜਾ ਸਕਦਾ ਜਦ ਤੱਕ ਆਪਣੇ ਲੋਕ ਉੱਥੇ ਇਕੱਠੇ ਹੁੰਦੇ ਆ। ਰੌਲਾ ਪਾਉਣਾ ਹੀ ਆ, ਉਹ ਨਹੀਂ ਖਤਮ ਤਾਂ ਬਿਲਕੁਲ ਨਹੀਂ ਕਰ ਸਕਦਾ ਕਿਉਂਕਿ ਉੱਥੇ ਕਾਫੀ ਬਿਜ਼ਨਸਿਸ ਹੈਗੇ ਆ, ਉੱਥੇ ਥੀਏਟਰ ਹੈਗਾ ਆ, ਟਿਮ ਹਾਰਟਨਸ ਹੈਗਾ ਆ, ਹੋਰ ਕਾਫੀ ਬਿਜ਼ਨਸਿਸ ਹੈਗੇ ਆ। ਸੋ ਉਹਨੂੰ ਲੋਕਡਾਊਨ ਨਹੀਂ ਕਰ ਸਕਦੇ ਹੈਗੇ। ਤੇ ਉੱਥੇ ਜਿਹੜੀ ਪ੍ਰੋਪਰਟੀ ਓਨਰ ਹੈਗੇ ਆ ਇਸ ਪਲਾਜ਼ਾ ਦੇ, ਜਦੋਂ ਤੁਸੀਂ ਕਿਹਾ ਕਿ ਇੱਕ ਸਟਰਾਟਾ ਹੈਗੀ ਆ, ਰੀਓ ਕੈਨ ਆ ਜਿਹੜੀ ਇਹ ਪ੍ਰੋਪਰਟੀ ਓਨਰ ਹੈਗੇ ਇਹਦੇ, ਸੋ ਉਹਨਾਂ ਦੇ ਨਾਲ ਅਸੀਂ ਬਹੁਤ ਕਲੋਸਲੀ ਕੰਮ ਕਰਦੇ ਹੈਗੇ ਆ। ਉਹਨਾਂ ਨੇ ਵੀ ਐਕਸਟਰਾ ਸਿਕਿਉਰਿਟੀ ਗਾਰਡ ਹਾਇਰ ਕੀਤੇ ਹੈਗੇ ਆ ਇਸੇ ਕਰਕੇ ਕਿਉਂਕਿ ਇਹ ਇਸ਼ੂ ਹੈਗਾ ਆ। ਸੋ ਜੇ ਮੈਂ ਗੱਲ ਕਰਾਂ ਕਿ ਮਸਲਾ ਇਹ ਕਿੰਨਾ ਪੁਲਿਸ ਵੱਲੋਂ ਹੈਗਾ ਆ, ਜੇ ਅਸੀਂ ਕਾਲਸ ਫॉर ਸਰਵਿਸ ਵੱਲੋਂ ਦੇਖੀਏ, ਕਾਲਸ ਫॉर ਸਰਵਿਸ ਬਹੁਤ ਜ਼ਿਆਦਾ ਘੱਟ ਹੈਗੀਆਂ, ਘੱਟ ਨੇ। ਸੋ ਜਦੋਂ ਤੁਸੀਂ ਮੈਨੂੰ ਫੋਨ ਕੀਤਾ ਸੀ ਕਿ ਤੁਹਾਨੂੰ ਲੋਕੀ ਰੀਚ ਆਊਟ ਕਰ ਰਹੇ ਆ ਕਿ ਇਹ ਸੇਫ ਜਗ੍ਹਾ ਨਹੀਂ ਹੈਗੀ ਆ, ਮੈਂ ਉਸ ਲਈ ਆਪਣੀ ਰਿਸਰਚ ਕੀਤੀ ਹੈਗੀ ਆ ਤੇ ਜਿਹੜੀਆਂ ਕਾਲਸ ਫॉर ਸਰਵਿਸ ਸਰੀ RCMP ਨੂੰ ਆਈਆਂ ਉਹ ਬਹੁਤ ਹੀ ਜ਼ਿਆਦਾ ਘੱਟ ਨੇ। ਸੋ ਇੱਦਾਂ ਹੋ ਸਕਦਾ ਹੈ ਕਿ ਪੀਪਲ ਮੇ ਵੀ ਰਿਪੋਰਟ ਨਹੀਂ ਕਰ ਰਹੇ ਹੈਗੇ। ਸੋ ਮੈਂ ਐਨਕਰੇਜ ਕਰੂੰਗੀ ਕਿ ਜੇ ਤੁਸੀਂ ਕੁਛ ਹੁੰਦਾ ਹੈਗਾ, ਜਿੱਦਾਂ ਆਪਾਂ ਕਹਿੰਦੇ ਹਾਂ ਯੂ ਸੀ ਸਮਥਿੰਗ ਸੇ ਸਮਥਿੰਗ, ਕੋਈ ਪ੍ਰੋਬਲਮ ਹੈਗੀ ਹੈ ਤਾਂ ਪੁਲਿਸ ਨੂੰ ਰਿਪੋਰਟ ਜ਼ਰੂਰ ਕਰੋ ਜੀ, ਕਿਉਂਕਿ ਜਦ ਤੱਕ ਰਿਪੋਰਟਿੰਗ ਨਹੀਂ ਹੋਣੀ ਉਦੋਂ ਤੱਕ ਉਹ ਸਟੈਟਿਸਟਿਕਸ ਦਾ ਹਿੱਸਾ ਨਹੀਂ ਬਣਨਾ, ਤੇ ਜਦੋਂ ਰਿਸੋਰਸਿਸ ਦੀ ਡਿਪਲੋਇਮੈਂਟ ਵਾਸਤੇ ਪਲੈਨਿੰਗ ਹੋਣੀ ਆ, ਫਿਰ ਉਹ ਸਾਰਾ ਇਹਨਾਂ ਨੰਬਰਸ ਦੇ ਆਧਾਰ ਤੇ ਹੁੰਦਾ ਨਾ, ਜਿਵੇਂ ਕਿਹੜੇ ਏਰੀਆ ਚੋਂ ਕਿਵੇਂ ਰਿਪੋਰਟਿੰਗ ਆਈ ਤੇ ਕਿੰਨੇ ਉੱਥੇ ਇਨਸੀਡੈਂਟ ਸੀਗੇ, ਇਨਸੀਡੈਂਟ ਰਿਪੋਰਟ ਸੀਗੀਆਂ, ਉਹਦੇ ਆਧਾਰ ਤੇ ਰਿਸੋਰਸਿਸ ਐਲੋਕੇਟ ਹੋਣਗੇ। ਬਿਲਕੁਲ ਜੀ। ਅੱਛਾ, ਇੱਕ ਜਿਹੜੀ ਇਹ ਗੱਲ ਹੁੰਦੀ ਹੈ ਜੀ ਵੀ ਇੱਥੇ ਪੁਲਿਸ ਵੱਲੋਂ ਕੁਝ ਇਸ਼ੂਜ਼ ਨੂੰ ਜੇ ਵੇਖਿਆ ਜਾਵੇ ਸਖਤੀ ਇੰਨੀ ਕੀਤੀ ਨਹੀਂ ਜਾਂਦੀ। ਇਹ ਆਮ ਤੌਰ ਤੇ ਇਹ ਇੱਕ ਬਹੁਤ ਸਾਰੇ ਲੋਕਾਂ ਦੀ ਆਬਜ਼ਰਵੇਸ਼ਨ ਇਹ ਹੁੰਦੀ ਆ। ਹੁਣ ਪੁਲਿਸ ਵੀ ਜਿਸ ਹਿਸਾਬ ਦੇ ਨਾਲ ਇੱਕ ਲੀਗਲ ਬਾਈਂਡ ਦੇ ਵਿੱਚ ਆ, ਭਾਵੇਂ ਉਹ ਬਹੁਤ ਸਾਰੇ ਜਿਨ੍ਹਾਂ ਲੋਕਾਂ ਨੂੰ ਅਰੈਸਟ ਕੀਤਾ ਜਾਂਦਾ ਜਿਹੜੇ ਕਿਸੇ ਸੰਗੀਨ ਜੁਰਮ ਦੇ ਵਾਸਤੇ ਜਿਨ੍ਹਾਂ ਨੂੰ ਫੜਿਆ ਗਿਆ ਹੋਵੇ, ਪੁਲਿਸ ਨੂੰ ਉਹਨਾਂ ਨੂੰ ਰਿਲੀਜ਼ ਕਰਨਾ ਪੈ ਜਾਂਦਾ। ਤੇ ਇਸ ਗੱਲ ਨੂੰ ਲੈ ਕੇ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਵਿੱਚ
ਜ਼ਿਆਦਾ ਉਹਨਾਂ 'ਚ ਹੈਰਾਨੀ ਵੇਖਣ ਨੂੰ ਮਿਲਦੀ ਆ ਜਿਹੜੇ ਕਿਸੇ ਦੂਜੇ ਮੁਲਕ ਤੋਂ ਆਏ ਨੇ, ਜਿੱਥੇ ਉਹਨਾਂ ਨੇ ਪੁਲਿਸ ਦਾ ਬੜਾ ਵੱਖਰਾ ਰੂਪ ਵੇਖਿਆ ਹੋਇਆ। ਤੇ ਇਹ ਹੁਣ ਗੱਲ ਸਹੀ ਹੈ ਜੀ ਵੀ ਕੀ ਜਿਹੜਾ ਕਾਨੂੰਨ ਹੈ ਉਹ ਕਈ ਵਾਰੀ ਪੁਲਿਸ ਨੂੰ ਮਦਦ ਕਰਨ ਦੀ ਬਜਾਏ ਪੁਲਿਸ ਦੇ ਹੱਥ ਬੰਨ੍ਹ ਦਿੰਦਾ? ਇੱਥੇ ਮੈਂ ਪਹਿਲਾਂ ਇਸ ਗੱਲ ਨੂੰ ਕਹਿਣਾ ਸ਼ੁਰੂ ਕਰਾਂਗੀ ਵਿਜੇ ਜੀ, ਅਸੀਂ ਸਾਰੇ ਕੈਨੇਡਾ 'ਚ ਇਸ ਗੱਲ ਕਰਕੇ ਆਏ ਸੀ ਕਿਉਂਕਿ ਅਸੀਂ ਬੈਟਰ ਲਾਈਫ ਚਾਹੁੰਦੇ ਸੀ ਜੀ, ਬਿਕਾਜ਼ ਇੱਥੋਂ ਦੇ ਲਾਜ਼ ਪਾਲਿਸੀਜ਼ ਸਾਨੂੰ ਚੰਗੀਆਂ ਲੱਗੀਆਂ ਸੀ। ਇੱਥੇ ਦੀ ਪੁਲਿਸ ਕਰਪਟ ਨਹੀਂ ਹੈਗੀ, ਰਾਈਟ। ਇੱਥੇ ਤੁਹਾਨੂੰ ਮਦਦ ਦੀ ਲੋੜ ਹੈ ਤਾਂ ਤੁਸੀਂ 911 ਕਾਲ ਕਰਦੇ ਆ, ਰਾਈਟ। ਸੋ ਸਾਡਾ ਐਕਸਪੀਰੀਅੰਸ ਬੈਕ ਹੋਮ ਜੇ ਆਪਾਂ ਕੰਪੇਅਰ ਕਰੀਏ ਇੱਥੇ ਬਹੁਤ ਵਧੀਆ ਹੈਗਾ, ਰਾਈਟ। ਸੋ ਅਸੀਂ ਇਹ ਐਕਸਪੈਕਟ ਨਹੀਂ ਕਰ ਸਕਦੇ ਕਿ ਜੋ ਕੁਛ ਇੰਡੀਆ ਸੀਗਾ ਉਹੀ ਇੱਥੇ ਹੋਣਾ ਹੈਗਾ। ਇੱਥੇ ਜੋ ਵੀ ਪੁਲਿਸ ਆਫਿਸਰ ਹੈਗੇ ਆ ਉਹ ਸਾਰੇ ਲਾਅ ਜਿੱਦਾਂ ਦਾ ਲਾਅ ਹੈਗਾ ਉਹਨੂੰ ਫੋਲੋ ਕਰਨਾ ਆ। ਜੇ ਹੁਣ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਦੇਖੀਏ, ਜੇ ਕਿਸੇ ਨੇ ਟ੍ਰੈਫਿਕ ਵਾਇਓਲੇਸ਼ਨ ਕੀਤੀ ਆ ਸਟ੍ਰਾਬੇਰੀ ਹਿੱਲ 'ਚ ਆਪਾਂ ਲੈ ਲਈਏ, ਕੋਈ ਉੱਥੇ ਇੰਜਨ ਰੈਵ ਅਪ ਕਰ ਰਿਹਾ, ਰਾਈਟ, ਬਿਕਾਜ਼ ਦੈਟਸ ਮੋਸਟ ਜਿਹੜੀ ਆਉਂਦੀ ਕਾਮਨ ਕੰਪਲੇਨ ਆਉਂਦੀ ਆ ਕਿ ਕੋਈ ਗੱਡੀ ਨੂੰ ਬਹੁਤ ਉੱਚੀ ਉਹਨੂੰ ਆਪਣਾ ਇੰਜਨ ਰੈਵ ਅਪ ਕਰ ਰਿਹਾ, ਬਾਕੀ ਆਲੇ ਦੁਆਲੇ ਨੂੰ ਬੋਦਰ ਕਰ ਰਿਹਾ। ਸੋ ਟ੍ਰੈਫਿਕ ਯੂਨਿਟ ਉੱਥੇ ਜਾ ਕੇ ਉਹਨਾਂ ਨੂੰ ਟਿਕਟਸ ਇਸ਼ੂ ਕਰ ਸਕਦੀ ਆ, ਰਾਈਟ, ਉਹਨਾਂ ਦੀ ਗੱਡੀ ਵੀ ਇੰਪਾਊਂਡ ਕਰ ਸਕਦੀ ਆ। ਪਰ ਇਹ ਇੱਥੇ ਤੱਕ ਹੀ ਜਾਂਦਾ ਆ। ਜੇ ਉਹ ਤੋਂ ਗਾਹਾਂ ਕੋਈ ਕ੍ਰਿਮੀਨਲ ਅਫੈਂਸ ਹੈਗੀ ਆ, ਜੇ ਕੋਈ ਅਸੌਲਟ ਹੋਈ ਹੈਗੀ ਆ ਤਾਂ ਅਸੌਲਟ ਦੇ ਚਾਰਜਸ ਲਾ ਕੇ ਅਸੀਂ ਉਹ ਕੋਰਟ ਨੂੰ ਭੇਜ ਦਿੰਦੇ ਆ। ਉਸ ਤੋਂ ਬਾਅਦ ਜੇ ਕੋਰਟ ਡਿਸਾਈਡ ਕਰਦੀ ਹੈ ਕਿ ਉਹਨਾਂ ਨੂੰ ਛੱਡ ਦੇਣਾ ਆ ਜਾਂ ਉਹਨਾਂ ਨੂੰ ਜੇਲ੍ਹ 'ਚ ਰੱਖਣਾ ਆ, ਉਹ ਪੁਲਿਸ ਦੇ ਹੱਥ ਨਹੀਂ ਹੁੰਦਾ ਹੈਗਾ ਜੀ, ਰਾਈਟ। ਅੱਛਾ, ਇੱਕ ਜਿਹੜੀ ਗੱਲ ਹੈਗੀ ਆ ਅਬਾਊਟ ਕਮਿੰਗ ਬੈਕ ਟੂ ਦ ਰਿਪੋਰਟਿੰਗ ਆਫ ਦੀ ਇੰਸੀਡੈਂਟ, ਹੁਣ ਕਈ ਵਾਰੀ ਉੱਥੇ ਕਈ ਪਰਿਵਾਰ ਜਾਣੋਂ ਹਟ ਗਏ ਨੇ ਜੀ ਕਿ ਉਸ ਏਰੀਆ ਦੇ ਵਿੱਚ ਨਾ ਜਾਈਏ ਆਪਣੇ ਬੱਚਿਆਂ ਦੇ ਨਾਲ ਜਾਂ ਆਪਣੀ ਸਿਸਟਰ ਦੇ ਨਾਲ, ਵਾਈਫ ਦੇ ਨਾਲ, ਕਿਉਂਕਿ ਉੱਥੇ ਇਸ ਤਰ੍ਹਾਂ ਦੀ ਹੁੱਲੜਬਾਜ਼ੀ ਹੋਣੀ ਸ਼ੁਰੂ ਹੋ ਜਾਂਦੀ ਆ। ਐਂਡ ਯੂ ਰਾਈਟਲੀ ਪੁਆਇੰਟਡ ਆਊਟ ਇਹ ਸੀਜ਼ਨਸ ਨੇ ਕਿ ਹੁਣ ਕਿਉਂਕਿ ਸਮਰ ਮੰਥਸ ਨੇ ਅਤੇ ਉੱਥੇ ਜ਼ਿਆਦਾ ਇਸ ਤਰ੍ਹਾਂ ਦੀ ਐਕਟੀਵਿਟੀ ਦੇਖਣ ਨੂੰ ਮਿਲਦੀ ਆ। ਜਦੋਂ ਕਿਸੇ ਨੇ ਰਿਪੋਰਟ ਕਰਨਾ, ਆਮ ਤੌਰ 'ਤੇ ਕਈ ਲੋਕਾਂ ਦੇ ਮਨ 'ਚ ਇਹ ਵੀ ਹੁੰਦਾ ਰਿਪੋਰਟ ਕਰਾਂਗੇ ਯਾਰ, ਸਾਨੂੰ ਹੀ ਸਵਾਲ ਬੜੇ ਪੁੱਛਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਅਸੀਂ ਕਾਲ ਕਰੀਦੀ ਆ। ਸਾਡੇ ਸਾਹਮਣਿਓਂ ਜਿਹੜਾ ਵਿਅਕਤੀ ਕੋਈ ਗਲਤ ਕੰਮ ਕਰ ਰਿਹਾ ਹੁੰਦਾ ਉਹ ਨਿਕਲ ਜਾਂਦਾ ਅਤੇ ਸਾਨੂੰ ਸਵਾਲਾਂ ਦੇ ਜਾਲ ਵਿੱਚ ਉਲਝਾ ਲਿਆ ਜਾਂਦਾ। ਸੋ ਜਿਨ੍ਹਾਂ ਨੇ ਰਿਪੋਰਟ ਕਰਨਾ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਜਦੋਂ ਤੁਸੀਂ ਰਿਪੋਰਟ ਕਰਨਾ ਆ, ਜਿਹੜੇ ਕਾਲ ਟੇਕਰ ਹੈਗੇ ਆ ਉਹਨਾਂ ਨੂੰ ਇਹ ਇਨਫੋਰਮੇਸ਼ਨ ਜ਼ਰੂਰੀ ਚਾਹੀਦੀ ਹੁੰਦੀ ਆ। ਤੁਹਾਡਾ ਨਾਂ ਕੀ ਆ, ਤੁਸੀਂ ਕੀ ਰਿਪੋਰਟ ਕਰ ਰਹੇ ਹੋ, ਤੁਸੀਂ ਹੈ ਕਿੱਥੇ, ਗੱਲ ਕੀ ਵਿੱਚੋਂ ਹੋਈ ਆ, ਤਾਂ ਕਿ ਉਸ ਹਿਸਾਬ ਨਾਲ ਹੀ ਪੁਲਿਸ ਆਫਿਸਰ ਨੂੰ ਉੱਥੇ ਭੇਜ ਸਕਣ ਤੁਹਾਡੇ ਕੋਲ, ਰਾਈਟ। ਸੋ ਉਹ ਇਨਫੋਰਮੇਸ਼ਨ ਤੁਹਾਨੂੰ ਦਿੱਕਤ ਨਹੀਂ ਆਉਣੀ ਚਾਹੀਦੀ ਕੋਈ ਵੀ ਦੇਣ ਵਾਸਤੇ, ਰਾਈਟ। ਜਦੋਂ ਤੁਸੀਂ ਪੁਲਿਸ ਨੂੰ ਫੋਨ ਕਰਦੇ ਆ ਉਸ ਲਈ ਤੁਹਾਨੂੰ ਇਹ ਇਨਫੋਰਮੇਸ਼ਨ ਰੈਡਲੀ ਦੇਣੀ ਚਾਹੀਦੀ ਆ ਤਾਂ ਕਿ ਪੁਲਿਸ ਆਫਿਸਰ ਐਕਸਕਿਊਜ਼ ਮੀ ਛੇਤੀ ਅਸਾਈਨ ਹੋ ਸਕੇ, ਕਿਉਂਕਿ ਉਹਨਾਂ ਨੂੰ ਇਹ ਵੀ ਜਿਹੜੇ ਕਾਲ ਟੇਕਰ ਨੇ ਦੇਖਣਾ ਹੁੰਦਾ ਸਿਵੀਰਿਟੀ ਆਫ ਦੀ ਸਿਚੁਏਸ਼ਨ ਕੀ ਆ, ਰਾਈਟ। ਜੇ ਤਾਂ ਕੋਈ ਕਿਸੇ ਦੇ ਹੁਣ ਚਾਕੂ ਮਾਰਿਆ, ਗੋਲੀ ਮਾਰਿਆ, ਰਾਈਟ, ਸੋ ਉਹਦੇ ਹਿਸਾਬ ਨਾਲ ਜਿਹੜੀਆਂ ਕਾਲਸ ਆਫ ਸਰਵਿਸ ਹੁੰਦੀਆਂ ਉਹ ਉਸ ਹਿਸਾਬ ਨਾਲ ਕਾਲ ਟੇਕਰ ਡਿਸਪੈਚ ਕਰਦੇ ਹੈਗੇ ਆ। ਸੋ ਇਨਫੋਰਮੇਸ਼ਨ ਦੇਣੀ ਉਹ ਬਹੁਤ ਜ਼ਰੂਰੀ ਆ। ਇੱਕ ਆਪਸ਼ਨ ਤੁਹਾਡੇ ਕੋਲ ਹੋਰ ਹੈਗੀ ਆ, ਜੇ ਉਸ ਮੌਕੇ 'ਤੇ ਤੁਸੀਂ ਕੋਈ ਸਿਕਿਉਰਿਟੀ ਗਾਰਡ ਜਿਹੜਾ ਰੀਓ ਕੈਨੇਡਾ ਦਾ ਹੈਗਾ ਆ ਉਹਨਾਂ ਨੂੰ ਵੀ ਅਪਰੋਚ ਕਰ ਸਕਦੇ ਆ, ਉਹ ਸਾਨੂੰ ਫੋਨ ਕਰ ਸਕਦੇ ਆ। ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਉਹਦੇ ਨਾਲ ਬਹੁਤ ਕਲੋਸਲੀ ਕੰਮ ਕਰਦੇ ਹੈਗੇ ਆ ਤੇ ਉਹਨਾਂ ਦੀਆਂ ਜਿਹੜੀਆਂ ਸਿਕਿਉਰਿਟੀ ਰਿਪੋਰਟਸ ਹੁੰਦੀਆਂ ਐਵਰੀ ਵੀਕ ਸਾਡੇ ਕੋਲ ਆਉਂਦੀਆਂ ਹੈਗੀਆਂ। ਸੋ ਜਿੰਨੇ ਇੰਸੀਡੈਂਟ ਹੁੰਦੇ ਹੈਗੇ ਆ ਉਹਦੇ ਬਾਰੇ ਸਾਨੂੰ ਪਤਾ ਹੁੰਦਾ ਹੈਗਾ ਜੀ। ਅੱਜ ਕੱਲ੍ਹ ਸਾਨੂੰ ਪਤਾ ਜੀ ਮੈਡੀਕਲ ਸਰਵਿਸਿਜ਼ ਦੇ ਵਿੱਚ ਬਹੁਤ ਜ਼ਿਆਦਾ ਇਸ ਵੇਲੇ ਪ੍ਰੈਸ਼ਰ ਬਹੁਤ ਪਿਆ, ਐਂਬੂਲੈਂਸ ਸਰਵਿਸ ਦੀ ਬੜੀ ਘਾਟ ਆ। ਕੀ ਉਹਦੀ ਰਿਫਲੈਕਸ਼ਨ ਪੁਲਿਸ ਦੇ ਰਿਸਪੌਂਸ 'ਤੇ ਵੀ ਦੇਖਣ ਨੂੰ ਮਿਲ ਰਹੀ ਹੈ? ਕਈ ਵਾਰੀ ਇੱਦਾਂ ਹੁੰਦਾ ਕਿ ਪੁਲਿਸ ਪਹਿਲਾਂ ਪਹੁੰਚ ਗਈ, ਕੋਈ ਐਕਸੀਡੈਂਟ ਵਾਪਰਿਆ, ਐਂਬੂਲੈਂਸ ਆਉਣ ਨੂੰ ਸਮਾਂ ਲੱਗ ਰਿਹਾ। ਸੋ ਇਹਦਾ ਵੀ ਕੁਝ ਅਜਿਹੇ ਪ੍ਰੈਸ਼ਰਸ ਨੇ ਪੁਲਿਸ ਦੇ ਉੱਪਰ ਜਿਹੜੇ ਹੋ ਸਕਦਾ ਕਿ ਆਮ ਤੌਰ 'ਤੇ ਸਿੱਧੇ ਤੌਰ 'ਤੇ ਨਜ਼ਰ ਨਾ ਆਉਂਦੇ ਹੋਣ। ਕੀ ਉਹ ਵੀ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਜੀ? ਇਸ ਤਰ੍ਹਾਂ ਦਾ ਵੀ ਕੁਝ ਇਸ਼ੂਜ਼ ਆ ਰਹੇ ਨੇ? ਸਾਰਿਆਂ ਨੂੰ ਵੱਡੀ ਗੱਲ ਵੀ ਜੀ ਮੈਂ ਤੁਹਾਨੂੰ ਇਹ ਦੱਸੂੰਗੀ ਕਿ ਮੈਂਟਲ ਹੈਲਥ ਕਾਲਸ ਜਿਹੜੀਆਂ ਆਉਂਦੀਆਂ ਹੈਗੀਆਂ, CRCMP ਬਹੁਤ ਜ਼ਿਆਦਾ ਮੈਂਟਲ ਹੈਲਥ ਕਾਲ ਨਾਲ ਡੀਲ ਕਰਦੀ ਹੈਗੀ ਆ। ਅਤੇ ਉਹਨਾਂ ਦੇ ਵਿੱਚ ਜਦੋਂ ਅਸੀਂ ਕਿਸੇ ਨੂੰ ਅਰੈਸਟ ਕਰਦੇ ਹੈਗੇ ਆ ਮੈਂਟਲ ਹੈਲਥ ਐਕਟ ਦੇ ਅੰਡਰ, ਉਹਨਾਂ ਨੂੰ ਹਸਪੀਟਲ ਲੈ ਕੇ ਜਾਣਾ ਪੈਂਦਾ ਅਤੇ ਸਾਡੇ ਜਿਹੜੇ ਆਫਿਸਰਸ ਆ ਉਹਨਾਂ ਚਿਰ ਉਸ ਬੰਦੇ ਨੂੰ ਛੱਡ ਨਹੀਂ ਸਕਦੇ ਜਿੰਨਾ ਚਿਰ ਡਾਕਟਰ ਕਹਿ ਨਹੀਂ ਦਿੰਦਾ ਕਿ ਮੈਂ ਇਹਨੂੰ ਸਰਟੀਫਾਈ ਕਰ ਲਿਆ, ਮੈਂ ਇਹਨੂੰ ਹਸਪੀਟਲ 'ਚ ਰੱਖੂੰਗਾ, ਹੁਣ ਤੁਸੀਂ ਜਾ ਸਕਦੇ ਹੋ। ਐਂਡ ਹਾਊ ਲੌਂਗ ਕੈਨ ਦੈਟ ਟੇਕ? ਦੈਟ ਕੈਨ ਟੇਕ ਆਵਰਸ। ਸੋ ਰਿਸੋਰਸਿਸ ਜਿਹੜੇ ਹੈਗੇ ਆ ਉਹ ਟਾਈ ਅਪ ਹੋ ਜਾਂਦੇ ਹੈਗੇ ਆ, ਪਰ ਇਹਦੇ ਨਾਲ ਐਂਬੂਲੈਂਸ ਦੀ ਕੀ ਵੇਟ ਟਾਈਮ ਹੈ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦੀ ਕਿਉਂਕਿ ਉਹ ਉਹਨਾਂ ਦਾ। ਪਰ ਦਿਸ ਇਜ਼ ਦੀ ਅਦਰ ਸਾਈਡ ਆਫ ਇਟ ਜੀ। ਐਬਸੋਲੂਟਲੀ ਯਾ। ਸੋ ਉਹੀ ਹੈ ਕਿ ਰਿਪਲ ਇਫੈਕਟ ਕਿਵੇਂ ਇੱਕ ਪਾਸੇ ਦੀ ਸ਼ਾਰਟੇਜ ਬਾਕੀ ਦੇ ਰਿਸੋਰਸਿਸ ਨੂੰ ਕਿਵੇਂ ਬਰਡਨ ਕਰਦੀ ਆ। ਸੋ ਦੈਟਸ ਵਾਈ ਜਦੋਂ ਤੁਸੀਂ ਰਿਪੋਰਟ ਕਰਨਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਹੈ ਕਿ ਸਿਚੁਏਸ਼ਨ ਕੀ ਹੈਗੀ ਆ ਉਹ ਤੁਹਾਨੂੰ ਦੱਸਣੀ ਜ਼ਰੂਰੀ ਪੈਣੀ ਆ। ਬਿਕਾਜ਼ ਜਦੋਂ ਤੁਸੀਂ ਆਬਵੀਅਸਲੀ ਆਮ ਪਬਲਿਕ ਨਹੀਂ ਦੇ ਸਕਦੀ ਕਿਹੋ ਜਿਹੀਆਂ ਕਾਲਸ ਆ ਰਹੀਆਂ, ਜਿਹੜੇ ਕਾਲ ਟੇਕਰ ਆ ਉਹਨਾਂ ਨੂੰ ਦੇਖਣੀ ਪੈਣੀ ਕਿ ਕਿਹੜੀ ਪ੍ਰਾਇਓਰਿਟੀ ਹੈਗੀ ਆ, ਕਿੱਥੇ ਮੈਨੂੰ ਪੁਲਿਸ ਆਫਿਸਰ ਪਹਿਲਾਂ ਭੇਜਣਾ ਪੈਣਾ ਆ, ਕਿਤੇ ਅੱਗ ਲੱਗੀ ਆ, ਕਿਸੇ ਸੱਟ ਲੱਗੀ ਆ ਉੱਥੇ ਜਾਓਗੇ, ਜਾਂ ਕੋਈ ਵਰਬਲ ਕੌਨਫਲਿਕਟ ਹੈਗਾ ਆ ਉੱਥੇ ਜਾਓਗੇ, ਰਾਈਟ। ਸੋ ਉਹਨਾਂ ਨੂੰ ਪ੍ਰਾਇਓਰਿਟੀ ਦੇਖਣੀ ਪੈਂਦੀ ਆ ਕਿ ਪਹਿਲਾਂ ਕਿੱਥੇ ਜਾਓਗੇ। ਪਰ ਮੈਂ ਇਹਦੇ ਨਾਲ ਇਹ ਵੀ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਕਮਿਊਨਿਟੀ ਰਿਸਪਾਂਸ ਯੂਨਿਟ ਆ ਉਹ
ਕਿਸੇ ਵੀ ਕਾਲ ਦੇ ਨਾਲ ਅਟੈਚ ਨਹੀਂ ਹੁੰਦੀ, ਉਹ ਪ੍ਰੋਐਕਟਿਵਲੀ ਕੰਮ ਕਰਦੀ ਹੈਗੀ ਆ। ਸੋ ਸਾਡੇ ਜਿਹੜੇ ਮੈਂਬਰਸ ਹੈਗੇ ਆ, ਈਵਨ ਜੇ ਉਹਨਾਂ ਨੇ ਆਪਣੀ ਕਾਲ ਕੰਪਲੀਟ ਕਰ ਲਈ ਆ, ਉਹ ਸਟ੍ਰਾਬੇਰੀ ਹਿੱਲ ਏਰੀਆਜ਼ ਦੇ ਬਹਿ ਕੇ ਆਪਣੀ ਰਿਪੋਰਟ ਰਾਈਟਿੰਗ ਕਰਦੇ ਆ ਤਾਂ ਕਿ ਵਿਜ਼ਿਬਿਲਿਟੀ ਹੋਵੇ। ਜਿਹੜੇ ਇੱਥੇ ਜਿਨ੍ਹਾਂ ਨੇ ਕੋਈ ਟਰੈਵਲ ਕਰਨੀ ਹੈਗੀ ਉਹਨਾਂ ਨੂੰ ਪਤਾ ਲੱਗੇ ਕਿ ਇੱਥੇ ਪੁਲਿਸ ਕਾਰ ਖੜੀ ਆ, ਹੈ ਨਾ। ਸੋ ਆਪਣੇ ਜਿਹੜੇ ਆਫਿਸਰ ਜਿਹੜੀ ਜਿਹਨੂੰ ਫਰੰਟ ਲਾਈਨ 'ਚ ਕੰਮ ਕਰਦੇ ਆ, ਉਹਨਾਂ ਨੂੰ ਵੀ ਅਸੀਂ ਇਹ ਕਿਹਾ ਹੈਗਾ ਆ ਕਿ ਜਦੋਂ ਤੁਸੀਂ ਵਿਹਲੇ ਹੈਗੇ ਆ, ਤੁਸੀਂ ਆਪਣੀ ਕਾਲ ਪੂਰੀ ਕਰ ਲਈ ਆ ਤੇ ਹੁਣ ਰਿਪੋਰਟ ਰਾਈਟਿੰਗ ਕਰਨੀ ਆ, ਉਸ ਏਰੀਆ 'ਚ ਜਾ ਕੇ ਕਰੋ ਜੀ। ਸੋ ਤਾਂ ਕਿ ਵਿਜ਼ਿਬਿਲਿਟੀ ਰਵੇ ਜੀ। ਅੱਛਾ, ਇੱਕ ਨਾ ਹੋਰ ਇੱਕ ਲਿਸਨਰਸ ਦਾ ਕੁਐਸਚਨ ਆਇਆ, ਉਹ ਇਹ ਪੁੱਛ ਰਹੇ ਨੇ ਕਿ ਵਿੰਡੋ ਟਿੰਟਿੰਗ ਬਾਰੇ। ਕਹਿੰਦੇ ਬੀਤੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਦੀਆਂ ਵਿੰਡੋਜ਼ ਟਿੰਟ ਹੋਈਆਂ ਵੇਖੀਆਂ ਨੇ। ਆਮ ਤੌਰ ਤੇ ਜਿਹੜੀਆਂ ਪਿਛਲੀਆਂ 2 ਡੋਰਸ ਦੀਆਂ ਵਿੰਡੋਜ਼ ਹੁੰਦੀਆਂ ਨੇ ਉਹ ਤੇ ਟਿੰਟਡ ਹੁੰਦੀਆਂ ਨੇ, ਹਾਂਜੀ, ਪਰ ਕਈਆਂ ਨੇ ਸ਼ੀਸ਼ੇ ਇੰਨੇ ਕਾਲੇ ਕੀਤੇ ਹੁੰਦੇ ਨੇ ਪਤਾ ਹੀ ਨਹੀਂ ਲੱਗਦਾ ਵੀ ਅੰਦਰ ਬੰਦਾ ਬੈਠਾ ਕਿ ਨਹੀਂ। ਵਿੰਡੋ ਟਿੰਟਿੰਗ ਬਾਰੇ ਵੈਸੇ ਜੇ ਐਕਟ ਦੇ ਵਿੱਚ ਦੇਖੀਏ ਤਾਂ ਸਟੈਂਸ ਹੈ ਕੀ ਆ, ਲਾਅ ਕੀ ਕਹਿੰਦਾ ਜੀ? ਦੇਖੋ ਜੀ, ਲਾਅ ਚੇਂਜ ਨਹੀਂ ਹੋਇਆ, ਲਾਅ ਤਾਂ ਸੇਮ ਹੀ ਆ। ਤੁਸੀਂ ਜਿਹੜੀਆਂ ਮੋੜਲੀਆਂ ਵਿੰਡੋ ਟਿੰਟ ਨਹੀਂ ਕਰ ਸਕਦੇ। ਸੋ ਜੇ ਤੁਹਾਨੂੰ ਪੁਲਿਸ ਆਫਿਸਰ ਨੇ ਰੋਕ ਲਿਆ, ਚਾਹੇ ਉਹ ਟ੍ਰੈਫਿਕ ਯੂਨਿਟ ਦਾ ਮੈਂਬਰ ਹੈ ਚਾਹੇ ਫਰੰਟ ਲਾਈਨ ਦਾ, ਤੁਹਾਨੂੰ ਉਹਨਾਂ ਨੇ ਸਾਈਟੇਸ਼ਨ ਦੇ ਦੇਣੀ ਹੈ ਲਿਖ ਕੇ ਕਿ ਇਹਨਾਂ ਨੂੰ ਉਤਾਰ ਕੇ, ਨਹੀਂ ਤਾਂ ਫਿਰ ਤੁਹਾਨੂੰ ਫਾਈਨ ਹੋ ਜਾਣਾ ਹੈ। ਸੋ ਨੋ ਟਿੰਟਿੰਗ ਐਟ ਆਲ, ਭਾਵੇਂ ਉਹ ਨਹੀਂ ਮੋੜਲੀਆਂ ਵਿੰਡੋ ਤੇ ਤੁਸੀਂ ਨਹੀਂ ਲਾ ਸਕਦੇ ਅਨਲੈਸ ਤੁਹਾਡੇ ਕੋਲ ਡਾਕਟਰ ਦੀ ਪ੍ਰਸਕ੍ਰਿਪਸ਼ਨ ਹੈਗੀ ਹੈ ਕਿ ਤੁਹਾਨੂੰ ਸਨ ਦੇ ਨਾਲ ਬਹੁਤ ਜ਼ਿਆਦਾ ਤੁਹਾਡੀ ਸਕਿਨ ਡੈਮੇਜ ਹੋ ਰਹੀ ਆ ਜਾਂ ਕੋਈ ਇਹੋ ਜਿਹੀ ਗੱਲ ਹੈਗੀ ਆ ਤਾਂ ਤੁਸੀਂ ਲਾ ਸਕਦੇ ਆ। ਉਹੀ ਉਹਦੀ ਐਕਸੈਪਸ਼ਨ ਇਹੀ ਆ ਬਸ। ਓਕੇ ਕਾਂਸਟੇਬਲ ਸੰਘਾ, ਇਹ ਦੱਸਿਓ ਜਿਹੜੀ ਪਿਛਲੇ ਸਾਲ ਜਿਵੇਂ ਤੁਸੀਂ ਪਹਿਲਾਂ ਗੱਲ ਕਰਦੇ ਸੀ ਨਾ ਵੀ ਸਟ੍ਰਾਬੇਰੀ ਹਿੱਲ ਦੇ ਵਿੱਚ ਜੋ ਹਾਲਾਤ ਬਣਦੇ ਨੇ, ਇਹ ਆਨਗੋਇੰਗ ਇਸ਼ੂ ਹੈ। ਬੀਤੇ ਸਾਲਾਂ ਦੇ ਵਿੱਚ ਵੀ ਇੱਥੋਂ ਇਸ ਤਰ੍ਹਾਂ ਦੀਆਂ ਰਿਪੋਰਟਸ ਆਈਆਂ। ਜਿਹੜੀ ਕਾਰਵਾਈ ਕੀਤੀ ਗਈ, ਜੋ ਕੁਝ ਐਕਸ਼ਨ ਲਿਆ ਗਿਆ, ਉਹਦੇ ਨਤੀਜੇ ਵਜੋਂ ਕੀ ਕਿਸੇ ਵਾਸਤੇ ਬਹੁਤ ਵੱਡੀਆਂ ਸਮੱਸਿਆਵਾਂ ਵੀ ਪੈਦਾ ਹੋਈਆਂ? ਹਾਂਜੀ ਜ਼ਰੂਰ। ਸੋ ਵਿਜੇ ਲਾਸਟ ਟਾਈਮ ਜਦੋਂ ਇਹ ਸੇਮ ਪਿਛਲੇ ਸਾਲ ਵੀ ਸੇਮ ਪ੍ਰੋਬਲਮ ਸੀਗੀ, ਸਾਡੀ ਗੈਂਗ ਇਨਫੋਰਸਮੈਂਟ ਟੀਮ ਤੇ ਨਾਲ ਕਮਿਊਨਿਟੀ ਰਿਸਪੌਂਸ ਟੀਮ ਤੇ ਕੈਨੇਡਾ ਬੋਰਡਰ ਸਰਵਿਸਿਜ਼ ਦੇ ਨਾਲ ਅਸੀਂ ਕੰਮ ਕੀਤਾ ਸੀ। ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਬਿਕਾਜ਼ ਜਿਹੜਾ ਅਸੀਂ ਨੋਟਿਸ ਕੀਤਾ ਸੀ ਜਿੰਨੀਆਂ ਕਾਲਸ ਆ ਰਹੀਆਂ ਸੀ, ਜਿੰਨੇ ਸਾਡੇ ਆਫਿਸਰ ਅਟੈਂਡ ਕਰ ਰਹੇ ਸੀ, ਮੈਜੋਰਟੀ ਆਫ ਜਿਹੜੇ ਉੱਥੇ ਬੰਦੇ ਸਸਪੈਕਟ ਸੀਗੇ ਉਹ ਸਟੂਡੈਂਟ ਸੀਗੇ। ਸੋ CBSE ਜਿਹੜੇ ਹੈਗੇ ਆ ਉਹ ਇਹ ਗੱਲ ਦਾ ਧਿਆਨ ਰੱਖਦੇ ਆ, ਚੈੱਕ ਕਰਦੇ ਹੈਗੇ ਜਿਹੜੇ ਸਟੂਡੈਂਟ ਵੀਜ਼ੇ 'ਤੇ ਇੱਥੇ ਆਏ ਹੈਗੇ ਆ ਕਿ ਉਹ ਆਪਣਾ ਸਕੂਲ ਅਟੈਂਡ ਕਰ ਰਹੇ ਚਾਹੇ ਨਹੀਂ ਕਰ ਰਹੇ। ਅਤੇ ਜੇ ਉਹ ਆਪਣੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇੰਗੇਜ ਹੁੰਦੇ ਹੈਗੇ ਆ, ਚਾਹੇ ਉਹ ਡਰੱਗ ਟ੍ਰੈਫਿਕਿੰਗ ਹੈਗੀ ਆ, ਚਾਹੇ ਸਟੰਟਿੰਗ ਹੈਗੀ ਜਿਹਨੂੰ ਆਪਾਂ ਡਰਾਈਵਿੰਗ ਡੇਂਜਰਸਲੀ ਕਹਿ ਦਿੰਦੇ ਆ, ਜਾਂ ਕੋਈ ਵੀ ਇਹੋ ਜਿਹੀ ਕ੍ਰਿਮੀਨਲ ਐਕਟੀਵਿਟੀ ਹੈਗੀ ਕੈਨੇਡਾ ਦੇ ਵਿੱਚ ਉਹ ਕਰਦੇ ਹੈਗੇ ਆ, ਉਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਹੈਗਾ। ਸੋ ਪਿਛਲੇ ਸਾਲ ਜਦੋਂ ਇਹ ਪ੍ਰੋਜੈਕਟ ਅਸੀਂ ਕੀਤਾ ਸੀਗਾ, ਇਹਨਾਂ ਵਿੱਚ ਕਾਫੀ ਮੁੰਡੇ ਸੀਗੇ ਜਿਹੜੇ ਅਸੀਂ ਅਰੈਸਟ ਕੀਤੇ ਸੀਗੇ ਤੇ CBSE ਵਾਲਿਆਂ ਨੂੰ ਦੇ ਦਿੱਤੇ ਸੀਗੇ। ਤਾਂ ਫਿਰ ਉਹਨਾਂ ਨੇ ਆਪਣੀ ਪੂਰੀ ਫਾਈਲ ਪੂਰੀਆਂ ਕਰਕੇ ਇਹਨਾਂ ਦੇ ਵਿੱਚੋਂ ਕਾਫੀ ਡਿਪੋਰਟ ਵੀ ਕਰ ਦਿੱਤੇ ਸੀਗੇ। ਸੋ ਮੇਰਾ ਇਹ ਮੈਸੇਜ ਹੈਗਾ ਆ, ਜਿਹੜੇ ਇੱਥੇ ਇਹ ਕੰਮ ਸਟੰਟਿੰਗ ਕਰਦੇ ਹੈਗੇ ਆ ਜਾਂ ਦੂਜਿਆਂ ਨੂੰ ਬੌਦਰ ਕਰਦੇ ਹੈਗੇ ਆ ਇਸ ਪਲਾਜ਼ਾ ਦੇ ਵਿੱਚ ਆ ਕੇ, ਜੇ ਤੁਸੀਂ ਇੱਥੇ ਸਟੂਡੈਂਟ ਵੀਜ਼ਾ ਤੇ ਆਏ ਹੈਗੇ ਆ, ਵਿਜ਼ਟਰ ਵੀਜ਼ਾ ਤੇ ਆਏ ਹੈਗੇ ਆ, ਇਹ ਗੱਲ ਦਾ ਬਿਲਕੁਲ ਖਿਆਲ ਰੱਖਿਓ ਕਿ ਜੇ ਤੁਹਾਡਾ ਪੁਲਿਸ ਨਾਲ ਇੰਟਰੈਕਸ਼ਨ ਹੁੰਦਾ ਹੈਗਾ ਆ ਤੇ ਤੁਹਾਡੀ ਜਿਹੜੀ ਫਾਈਲ ਆ ਉਹ CBSE ਨੂੰ ਰਾਈਟ ਅਵੇ ਚਲ ਜਾਂਦੀ ਹੈਗੀ ਆ। ਸੋ ਇਸੇ ਕਰਕੇ ਜਦੋਂ ਆਪਣੀ ਜਿਹੜੀ ਕਮਿਊਨਿਟੀ ਹੈਗੀ ਆ ਜਿਹੜੀ ਉੱਥੇ ਹੈਗੀ ਆ, ਸਾਰੇ ਵੀਡੀਓ ਟੇਪ ਕਰਨ ਲੱਗ ਜਾਂਦੇ ਹੈਗੇ ਆ, ਪੁਲਿਸ ਨੂੰ ਪਹਿਲਾਂ ਫੋਨ ਕਰੋ। ਟਿਕਟੌਕ ਤੇ ਨਾਲੋਂ ਪਹਿਲਾਂ ਪੁਲਿਸ ਨੂੰ ਫੋਨ ਕਰੋ, ਕਿਉਂਕਿ ਪੁਲਿਸ ਨੂੰ ਜੇ ਤੁਸੀਂ ਫੋਨ ਨਹੀਂ ਕਰਦੇ ਤਾਂ ਅਸੀਂ ਉਹਨੂੰ ਦੇਖ ਨਹੀਂ ਸਕਦੇ ਆਪ ਉੱਥੇ ਜਾ ਕੇ ਤੇ ਉਹਨੂੰ ਸੋਲਵ ਨਹੀਂ ਕਰ ਸਕਦੇ ਹੈਗੇ। ਸੋ ਰਿਪੋਰਟਿੰਗ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਜੀ। ਤੇ ਇਹਦੇ ਲਈ ਅੱਛਾ, ਹੁਣ ਕਈ ਵਾਰੀ ਇੱਕ ਇਹ ਵੀ ਗੱਲ ਹੁੰਦੀ ਹੈ ਵੀ ਇਹ ਐਮਰਜੈਂਸੀ ਕਾਲ ਹੋਵੇ ਜਾਂ ਨਾਨ ਐਮਰਜੈਂਸੀ ਕਾਲ ਹੋਵੇ, ਇਹ ਅਗੇਨ ਡਿਪੈਂਡ ਕਰਦਾ ਸਿਚੁਏਸ਼ਨ ਕੀ ਹੈਗੀ। ਕਿਸੇ ਦੀ ਲਾਈਫ ਡੇਂਜਰ ਦੇ ਵਿੱਚ ਹੈਗੀ ਆ ਜਾਂ ਕੋਈ ਸੀਰੀਅਸਲੀ ਇੰਜਰ ਹੋ ਸਕਦਾ, ਫਿਰ ਤੁਸੀਂ 911 ਕਾਲ ਕਰੋ। ਜੇ ਤੁਹਾਨੂੰ ਲੱਗਦਾ ਹੈਗਾ ਕਿ ਸਿਚੁਏਸ਼ਨ ਲਾਈਕ ਹੌਲੀ ਹੌਲੀ ਵਰਸ ਹੋਣ ਜਾਣੀ ਜਾ ਰਹੀ ਜਾਂ ਕਿਸੇ ਦੀ ਵਰਬਲੀ ਹਲੇ ਕੌਨਫਲਿਕਟ ਹੋ ਰਿਹਾ ਪਰ ਹੋ ਸਕਦਾ ਕਿ ਫਿਜ਼ੀਕਲ ਅਸੌਲਟ ਹੋ ਜਾਵੇ, ਫਿਰ ਤੁਸੀਂ ਉਹਦੇ ਹਿਸਾਬ ਨਾਲ ਇੰਗੇਜ ਕਰਨਾ ਹੈਗਾ ਕਿ ਤੁਹਾਨੂੰ ਕਿਹੜੀ ਕਾਲ ਕਰਨੀ ਚਾਹੀਦੀ ਹੈਗੀ।